ਵੈਦ ਦੁੱਖ ਦੂਰ ਦਵਾਖਾਨਾ ਸ਼ਹਿਰ ਸਮਰਾਲਾ ਜ਼ਿਲ੍ਹਾ ਲੁਧਿਆਣਾ ਪੰਜਾਬ। ਅਸੀਂ ਆਜੋ ਵੈਦ ਦੇ ਰਾਹੀਂ ਹਰੇਕ ਬਿਮਾਰੀ ਦਾ ਇਲਾਜ ਕਰਦੇ ਹਾਂ। ਮੰਨ ਲਓ ਕਿਸੇ ਦੇ ਕੋਈ ਨਿਗਾਹ ਦੀ ਪ੍ਰੋਬਲਮ ਆ ਜੀ, ਕੋਈ ਵੀ ਪ੍ਰੋਬਲਮ ਆ, ਕਿਤੇ ਚਿੱਟਾ ਮੋਤੀਆ, ਕਾਲਾ ਮੋਤੀਆ, ਕਿਸੇ ਬੱਚੇ ਦੇ ਐਨਕ ਲੱਗੀ ਹੋਈ ਆ, ਅਸੀਂ ਉਹ ਐਨਕ ਵੀ ਲਗਾਉਂਦੇ ਹਾਂ ਜੀ। ਉਹ ਤੇ ਕੋਈ ਵੀ ਅੱਖਾਂ ਦੀ ਪ੍ਰੋਬਲਮ ਆ ਜੀ, ਅਸੀਂ ਹਰੇਕ ਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਕਰਦੇ ਹਾਂ ਜੀ, ਮੈਡੀਸਨ ਦੇ ਨਾਲ। ਪਿੱਤੇ ਦੀ ਪੱਥਰੀ ਆ ਜੀ, ਜੇ ਪਿੱਤੇ ਦੀ ਪੱਥਰੀ ਆ, ਅਸੀਂ ਬਿਨਾਂ ਆਪਰੇਸ਼ਨ ਤੋਂ ਹੀ ਪਿੱਤੇ ਦੀ ਪੱਥਰੀ ਕੱਢਦੇ ਹਾਂ। ਜਿਹੜਾ ਪਿੱਤਾ ਹੈ ਇਹ ਸਰੀਰ ਦਾ ਮੇਨ ਅੰਗ ਆ ਬਹੁਤ ਜ਼ਿਆਦਾ। ਇਹਦੇ ਨਾਲ ਹੀ ਖਾਣਾ ਹਜਮ ਹੋਣ ਦੇ ਵਿੱਚ ਬਹੁਤ ਸਹਾਇਕ ਹੁੰਦਾ। ਇਹ ਅਸੀਂ ਹਰਨੀਆਂ ਬਿਨਾਂ ਆਪਰੇਸ਼ਨ ਤੋਂ ਠੀਕ ਕਰਦੇ ਹਾਂ। ਜਦੋਂ ਅਸੀਂ ਹਰਨੀਆਂ ਆਪਰੇਸ਼ਨ ਤੋਂ ਬਿਨਾਂ ਠੀਕ ਕਰਦੀਆਂ ਤਾਂ ਜ਼ਿੰਦਗੀ 'ਚ ਕਦੇ ਵੀ ਆਪਰੇਸ਼ਨ ਨਹੀਂ ਕਰਾਉਣਾ ਪਊਗਾ। ਜੇ ਗੋਡਿਆਂ ਦਾ ਗਰੀਸ ਮੁੱਕਿਆ ਹੋਇਆ ਹੈ ਤਾਂ ਅਸੀਂ ਗੋਡਿਆਂ ਦਾ ਗਰੀਸ ਵੀ ਪੂਰਾ ਕਰਦੇ ਹਾਂ। ਗੋਡੇ ਬਲਦਾਉਣ ਦੀ ਲੋੜ ਨਹੀਂ ਹੈਗੀ, ਉਹੀ ਗੋਡੇ ਅਸੀਂ ਬਿਲਕੁਲ ਠੀਕ ਕਰ ਦਿੰਦੇ ਹਾਂ। ਅਸੀਂ ਕਿਸੇ ਨੂੰ ਗਦੂਦਾਂ ਨੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਜੀ, ਅਸੀਂ ਬਿਨਾਂ ਆਪਰੇਸ਼ਨ ਤੋਂ ਹੀ ਗਦੂਦਾਂ ਠੀਕ ਕਰਦੇ ਹਾਂ। ਅਸੀਂ ਬਵਾਸੀਰ ਆ ਜੀ, ਭਗੰਦਰ ਆ, ਫਿਸ਼ਰਾਂ ਨੇ, ਕੋਈ ਵੀ ਇਹੋ ਜਿਹੀ ਪ੍ਰੋਬਲਮ ਆ, ਆਪਰੇਸ਼ਨ ਕਰਾਉਣ ਦੀ ਲੋੜ ਨਹੀਂ, ਬਿਨਾਂ ਆਪਰੇਸ਼ਨ ਤੋਂ ਹੀ ਅਸੀਂ ਆਪਣੀ ਆਯੁਰਵੈਦ ਦਵਾਈਆਂ ਨਾਲ ਬਿਲਕੁਲ ਠੀਕ ਕਰ ਦਿੰਦੇ ਹਾਂ। ਕੋਈ ਵੀ ਲੀਵਰ ਦੀ ਪ੍ਰੋਬਲਮ ਆ ਜੀ, ਕੋਈ ਲੀਵਰ ਫੈਟੀ ਆ, ਲੀਵਰ ਸਰੈਸਿਸ ਆ, ਜੇ ਲੀਵਰ ਸਰੈਸਿਸ ਆ ਅਸੀਂ ਬਿਲਕੁਲ ਠੀਕ ਕਰ ਦਿੰਦੇ ਲੀਵਰ ਸਰੈਸਿਸ ਨੂੰ ਜੀ। ਲੀਵਰ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਆ, ਕੋਈ ਗੈਸ ਤੇ ਆ ਬਣਦੀ ਆ, ਕੋਈ ਕਬਜ਼ ਆ, ਅਸੀਂ ਹਰੇਕ ਚੀਜ਼ ਦਾ ਇਲਾਜ ਬਹੁਤ ਸੌਖੇ ਤਰੀਕੇ ਨਾਲ ਕਰਦੇ ਹਾਂ ਜੀ। ਅਸੀਂ ਕਰਦੇ ਹਾਂ। ਤੇ ਜੇ ਰਸੌਲੀਆਂ ਨੇ ਬੱਚੇਦਾਨੀ ਦੇ ਵਿੱਚ, ਅਸੀਂ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ, ਅਸੀਂ ਉਸ ਆਪਣੀ ਦਵਾਈ ਨਾਲ ਹੀ ਰਸੌਲੀਆਂ ਨੂੰ ਕੱਢਦੇ ਹਾਂ। ਕਿਸੇ ਨੂੰ ਗਠੀਆ ਏ ਕੋਈ ਜੀ, ਜਿੰਨਾ ਮਰਜ਼ੀ ਪੁਰਾਣਾ ਗਠੀਆ ਏ, ਬੰਦਾ ਵੀਲ ਚੇਅਰ ਤੇ ਬੈਠਾ ਏ, ਬੈੱਡ ਤੇ ਪਿਆ, ਉਹ ਉੱਠ ਕੇ ਭੱਜਿਆ ਫਿਰੂਗਾ ਜੀ। ਯਾਨੀ ਕਿਸੇ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ। ਅਸੀਂ ਹਰੇਕ ਰੋਗ ਨੂੰ ਮੈਡੀਸਨ ਨਾਲ ਹੀ ਠੀਕ ਕਰਦੇ ਹਾਂ। ਸਾਡੀ ਦਵਾਈਆਂ ਮੁਤਾਬਕ, ਆਯੁਰਵੈਦ ਮੁਤਾਬਕ ਹਰੇਕ ਰੋਗ ਦਾ ਇਲਾਜ ਸੰਭਵ ਹੈ, ਅਸੰਭਵ ਨਹੀਂ ਹੈਗਾ। ਕਿਸੇ ਨੂੰ ਕੈਂਸਰ ਆ, ਜਿਹੜਾ ਮਰਜ਼ੀ ਕੈਂਸਰ ਆ, ਅਸੀਂ ਹਰੇਕ ਕੈਂਸਰ ਦਾ ਇਲਾਜ ਕਰਦੇ ਹਾਂ। ਅਸੀਂ ਯੂਰਿਕ ਐਸਿਡ ਵਧਿਆ ਹੋਇਆ, ਕਿਸੇ ਨੂੰ ਸਰਵਾਈਕਲ ਆ, ਕਿਸੇ ਦੇ ਵਾਲ ਝੜਦੇ ਨੇ, ਚਾਹੇ ਉਹ ਗੰਜਾ ਹੋ ਗਿਆ, ਸਾਰੇ ਵਾਲ ਝੜੇ ਨਵੇਂ ਆਉਣਗੇ ਕਰਕੇ ਜੀ। ਨਹੀਂ, ਅਸੀਂ ਰਿਪੋਰਟਾਂ ਦੇਖ ਕੇ ਗੱਲ ਕਰਦੇ ਹਾਂ, ਰਿਪੋਰਟਾਂ ਬਿਨਾਂ ਦਵਾਈ ਨਹੀਂ ਦਿੰਦੇ ਅਸੀਂ। ਜੇ ਸਾਨੂੰ ਲੱਗੂਗਾ ਵੀ ਕੋਈ ਸਾਨੂੰ ਨਹੀਂ ਸਮਝ ਲੱਗਿਆ ਵੀ ਰਿਪੋਰਟਾਂ ਦੀ ਲੋੜ ਆ ਹੋਰ, ਉਹਨੂੰ 5-4 ਦਿਨ ਦੀ ਦਵਾਈ ਦੇ ਕੇ ਉਹਨੂੰ ਕਹੀਦਾ ਵੀ ਆਪਣਾ ਰਿਪੋਰਟਾਂ ਕਰਾ ਕੇ ਲੈ ਕੇ ਆ। ਅਸੀਂ ਆਪਸ ਵਿੱਚ, ਸਾਡਾ ਡਾਕਟਰ ਸਾਹਿਬ ਟੀਮ ਵਰਕ ਆਪਸ ਵਿੱਚ, ਅਸੀਂ ਰਿਪੋਰਟਾਂ ਦੇਖ ਕੇ ਹੀ ਦਵਾਈ ਦਿੰਦੇ ਹਾਂ, ਤੁੱਕਾ ਨਹੀਂ ਲਾਉਂਦੇ ਹੈਗੇ ਅਸੀਂ ਜੀ। ਸੁਬਾਹ ਤੋਂ ਸ਼ਾਮ ਤੱਕ ਬਿਲਕੁਲ ਸਾਡੇ ਕੋਲ ਫੇਲ ਨਹੀਂ ਹੁੰਦਾ ਹੈਗਾ ਜੀ। ਬਾਕੀ ਅਸੀਂ ਆਲ ਕੰਟਰੀ, ਬਾਹਰਲੀ ਕੰਟਰੀ ਵੀ ਦਵਾਈਆਂ ਭੇਜਣੀਆਂ ਹੁੰਦੀਆਂ ਨਾਲ ਦੇ, ਅਸੀਂ ਵੀ ਭੇਜਦੇ ਰਹਿੰਦੇ ਹਾਂ, ਪਾਰਸਲ ਨਾਲ ਕਰਦੇ ਰਹਿੰਦੇ ਹਾਂ ਜੀ ਉਹ। ਅਤੇ ਸਾਡੇ ਕੋਲ ਸੁਬਾਹ ਆ ਕੇ ਸ਼ਾਮ ਤੱਕ ਸਾਡੇ ਕੋਲ ਸਮਾਂ ਨਹੀਂ ਹੁੰਦਾ ਹੈਗਾ ਜੀ। ਸਾਡੇ ਕੋਲ ਇੰਨੇ ਮਰੀਜ਼ ਸਾਡੇ ਕੋਲ ਦਵਾਈ ਲੈਣ ਆਉਂਦੇ ਨੇ ਜੀ। ਸਾਡੇ ਬਹੁਤੇ ਮਰੀਜ਼ ਇਹ ਆ ਵੀ ਜਿਹੜੇ ਠੀਕ ਹੋਣ ਤੋਂ ਬਾਅਦ ਉਹ ਹੋਰਾਂ ਨੂੰ ਦੱਸਦੇ ਨੇ ਵੀ ਅਸੀਂ ਠੀਕ ਹੋਏ ਹਾਂ, ਉੱਥੋਂ ਜਾ ਕੇ ਦਵਾਈ ਲੈ ਕੇ ਆਓ ਜਾ ਕੇ ਜੀ। ਸਾਡੇ ਇਸ ਕਰਕੇ ਇਸ ਕਰਕੇ ਇਹ ਸਾਡੇ ਵਾਸਤੇ ਬਹੁਤ ਪੋਜ਼ੀਟਿਵ ਗੱਲ ਹੈ ਜੀ। ਇਹ ਸਾਨੂੰ ਵੀ ਇਸ ਗੱਲ 'ਚ ਖੁਸ਼ੀ ਹੁੰਦੀ ਆ ਜਦੋਂ ਮਰੀਜ਼ ਠੀਕ ਹੋਣ ਤੋਂ ਬਾਅਦ ਦੂਜੇ ਨੂੰ ਦੱਸਦਾ ਏ, ਫਿਰ ਉਹ ਦੱਸਦਾ ਵੀ ਸਾਨੂੰ ਪੁਰਾਣੇ ਦੱਸਿਆ ਜੀ। ਸਾਨੂੰ ਉਸ ਗੱਲ 'ਚ ਬਹੁਤ ਖੁਸ਼ੀ ਮਿਲਦੀ ਹੈ ਜੀ। ਹਾਂ ਜੀ, ਨਾਲ ਅਸੀਂ ਆਪਣਾ ਹਸਪਤਾਲ ਬਣਾਉਣ ਲੱਗੇ, ਨਾਲ ਆਪਣਾ ਜੀ ਉਹ ਬਸ 2 ਕੁ ਮਹੀਨੇ ਵਿੱਚ ਅਸੀਂ ਸਾਡਾ ਹਸਪਤਾਲ ਬਣ ਕੇ ਤਿਆਰ ਹੋ ਜੂਗਾ ਨਾਲ ਜੀ। ਉਹ ਪੇਸ਼ੈਂਟ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ, ਜਿਵੇਂ ਅੰਮ੍ਰਿਤਸਰ ਹੋ ਗਿਆ, ਬਠਿੰਡਾ ਹੋ ਗਿਆ, ਮੁਕਤਸਰ, ਅਬੋਹਰ, ਮੋਹਾਲੀ, ਅਨੰਦਪੁਰ ਸਾਹਿਬ, ਨੰਗਲ, ਇਹ ਸਾਰੇ ਏਰੀਆ ਤੋਂ ਪੰਜਾਬ 'ਚੋਂ, ਅਤੇ ਪੰਜਾਬ ਦੇ ਬਾਹਰੋਂ ਜਿਵੇਂ ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, ਈਵਨ ਕਲਕੱਤਾ ਤੱਕ, ਇੰਦੌਰ ਤੱਕ ਪੇਸ਼ੈਂਟ, ਬੰਬੇ ਤੱਕ ਪੇਸ਼ੈਂਟ ਬੈਠੇ ਆ ਜਿਹੜੇ ਸਾਡੇ ਤੋਂ ਮੈਡੀਸਿਨ ਮੰਗਵਾਉਂਦੇ ਆ। ਉਸ ਤੋਂ ਛੁੱਟ ਬਾਹਰਲੇ ਦੇਸ਼ਾਂ ਤੋਂ, ਅਮਰੀਕਾ, ਕੈਨੇਡਾ, ਫਰਾਂਸ, ਜਰਮਨ, ਇਟਲੀ, UK, ਅਲੱਗ-ਅਲੱਗ ਥਾਵਾਂ ਤੋਂ ਲੋਕ ਸਾਡੇ ਨਾਲ ਫੋਨ 'ਤੇ ਸੰਪਰਕ ਕਰਦੇ ਆ। ਅਤੇ ਜਿਹੜੇ ਲੋਕਲ ਇੰਡੀਆ 'ਚ ਬੈਠੇ ਉਹ ਤਾਂ ਆ ਹੀ ਜਾਂਦਾ। ਕਈ NRI ਵੀ ਇਹੋ ਜਿਹੇ ਹੈਗੇ ਆ ਜਿਹੜੇ ਸਪੈਸ਼ਲ ਮੈਡੀਸਿਨ ਲਈ ਇੱਥੇ ਆ ਰਹੇ ਆ ਸਾਡੇ ਕੋਲ, ਤਾਂ ਫੋਨ 'ਤੇ ਸਾਨੂੰ ਰਿਪੋਰਟਸ ਭੇਜ ਦਿੰਦੇ ਆ, ਸਭ ਕੁਝ ਡਿਸਕਸ ਕਰਦੇ ਆ। ਫਿਰ ਉਸ ਤੋਂ ਅੱਗੇ ਅਸੀਂ ਉਹਨਾਂ ਨੂੰ ਦਵਾਈਆਂ ਦਾ ਰਾਬਤਾ ਜਿੱਦਾਂ ਹੁੰਦਾ ਕਾਇਮ ਕਰਦੇ ਹਾਂ ਅਤੇ ਉਹਨਾਂ ਨੂੰ ਮੈਡੀਸਿਨਸ ਕੋਰੀਅਰ ਰਾਹੀਂ ਭੇਜਦੇ ਹਾਂ। ਹਾਂਜੀ, ਐਕਚੁਅਲੀ ਹੁੰਦਾ ਕਿਆ ਹੈ, ਜਦੋਂ ਸਾਡੇ ਨਾਲ ਫਿਰ ਡਿਸਕਸ ਕਰਦੇ ਆ ਵੀ ਫਿਰ ਕਈ ਹੁੰਦਾ ਵੀ ਕਈ ਵਾਰ ਤਾਂ ਕੋਈ ਕਹਿ ਦਿੰਦਾ ਵੀ ਕਿਸੇ ਕੋਲ ਭੇਜ ਦਿਓ, ਪਰ ਹਰ ਇੱਕ 'ਤੇ ਤੁਸੀਂ ਰਿਲਾਈ ਨਹੀਂ ਕਰ ਸਕਦੇ ਕਿਉਂਕਿ ਮੈਡੀਸਨ ਦਾ ਵੇਟ ਆ, ਕੁਛ ਆ। ਬਾਹਰ ਜਿਹਨੇ ਜਾਣਾ ਆਪਣਾ ਵੀ ਉਹਦੇ ਕੋਲ ਸਮਾਨ ਹੁੰਦਾ ਤਾਂ ਕਈ ਵਾਰ ਨਹੀਂ ਲੈ ਕੇ ਜਾਂਦਾ, ਅਗਲਾ ਬਾਅਦ 'ਚ ਬਹਾਨਾ ਲਾ ਦਿੰਦਾ, ਏਅਰਪੋਰਟ 'ਤੇ ਨਿਕਲ ਗਿਆ ਕੁਛ। ਤਾਂ ਉਸ ਤੋਂ ਬਾਅਦ ਅਸੀਂ ਪ੍ਰੈਫਰ ਇਹੀ ਕਰਦੇ ਹਾਂ ਵੀ ਅਸੀਂ ਉਹਨਾਂ ਨੂੰ ਫੈਡੈਕਸ ਕੰਪਨੀ ਦੇ ਥਰੂ ਕੋਰੀਅਰ ਕਰ ਦਈਏ, ਵੀ ਕੰਪਨੀ ਦੇ ਥਰੂ ਕੋਰੀਅਰ ਕਰ ਦਈਏ ਕਿਸੇ ਦੇ ਵੀ ਥਰੂ,
ਤਾਂ ਇਹ ਆ ਵੀ ਉਹਨਾਂ ਨੂੰ ਜਦ ਅਸੀਂ ਕੋਰੀਅਰ ਦਿੰਦੇ ਹਾਂ ਉਹਨਾਂ ਤੋਂ ਫੋਨ ਤੇ ਫਿਰ ਅਸੀਂ ਆਪਣਾ ਐਡਰੈਸ ਮੰਗਾ ਲੈਂਦੇ ਹਾਂ, ਤਾਂ ਐਡਰੈਸ ਦੇ ਉੱਤੇ ਅਸੀਂ ਉਹਨਾਂ ਨੂੰ ਕੋਰੀਅਰ ਭੇਜ ਦਿੰਦੇ ਹਾਂ ਨਾਲ। ਟੱਚ 'ਚ ਰਹਿੰਦੇ ਉਸ ਤੋਂ ਬਾਅਦ? ਹਾਂਜੀ, ਉਸ ਤੋਂ ਬਾਅਦ ਐਕਚੁਅਲੀ ਟਰੈਕਿੰਗ ਨੰਬਰ ਦਿੰਦੇ ਹਾਂ ਅਸੀਂ ਪੇਸ਼ੈਂਟ ਨੂੰ, ਪੇਸ਼ੈਂਟ ਟਰੈਕ ਕਰਦਾ ਰਹਿੰਦਾ, ਅਸੀਂ ਟਰੈਕ ਕਰਦੇ ਹਾਂ। ਫਿਰ ਜਿਸ ਦਿਨ ਮੈਡੀਸਿਨ ਪਹੁੰਚ ਜਾਂਦੀ ਹੈ ਫਿਰ ਉਸ ਟਾਈਮ ਵੀ ਰਾਬਤਾ ਕਾਇਮ ਕਰਦੇ ਹਾਂ, ਉਹਨਾਂ ਨੂੰ ਸਮਝਾਉਂਦੇ ਹਾਂ ਸਾਰੀ ਮੈਡੀਸਿਨ ਵੀ ਕਿਸ ਤਰ੍ਹਾਂ ਖਾਣੀ ਹੈ ਕਿਸ ਤਰ੍ਹਾਂ ਨਹੀਂ। ਵੈਸੇ ਤਾਂ ਉੱਤੇ ਸਭ ਕੁਝ ਲਿਖਿਆ ਹੁੰਦਾ, ਫਿਰ ਵੀ ਇੱਕ ਵਾਰ ਜਦ ਮੈਡੀਸਿਨ ਪਹੁੰਚਦੀ ਹੈ ਫਿਰ ਪੇਸ਼ੈਂਟ ਨਾਲ ਅਸੀਂ ਡਿਸਕਸ਼ਨ ਕਰਦੇ ਰਹਿੰਦੇ ਹਾਂ। ਬਹੁਤ ਜ਼ਿਆਦਾ ਪੇਸ਼ੈਂਟ ਜ਼ਿਆਦਾਤਰ ਐਕਚੁਅਲੀ ਆਯੁਰਵੇਦ ਵੱਲ ਬੰਦਾ ਆਉਂਦਾ ਹੀ ਉਦੋਂ ਆ ਜਦੋਂ ਤਾਂ ਸਾਰੇ ਪਾਸਿਓਂ ਹੱਥ ਖੜੇ ਹੋ ਗਏ ਹੋਏ ਆ ਜੀ। ਸਾਰੇ ਪਾਸੇ ਧੱਕੇ ਖਾਣ ਤੋਂ ਬਾਅਦ ਬੰਦਾ ਲਾਸਟ ਸਟੇਜ ਤੇ ਕੋਈ 5 ਸਾਲ, ਕੋਈ 4 ਸਾਲ, ਕੋਈ 2 ਸਾਲ, ਕੋਈ 3 ਸਾਲ, ਇਸ ਤਰ੍ਹਾਂ ਸਾਰੀਆਂ ਚਿਰਕਾਲਿਕ ਬਿਮਾਰੀਆਂ ਵਾਲੇ ਆਉਂਦੇ ਆ ਆਯੁਰਵੇਦ ਵਾਲਿਆਂ ਦੇ ਕੋਲ। ਬਹੁਤ ਘੱਟ ਗਿਣਤੀ ਵਾਲੇ ਇਹ ਜੀ, ਜਿਵੇਂ ਚਾਹੇ ਆਪਾਂ ਕਹਿ ਦਈਏ ਸਾਡੇ ਦੇਸ਼ ਦੀ ਆਪਣੀ ਪੈਥੀ ਆ ਆਯੁਰਵੇਦ, ਪਰ ਆਯੁਰਵੇਦ ਤੇ ਬਲੀਵ ਬਹੁਤ ਘੱਟ ਲੋਕ ਕਰਦੇ। ਆਪਣੇ ਬਹੁਤ ਘੱਟ ਇਹ ਜਿਹੇ ਪੇਸ਼ੈਂਟ ਆ ਜਿਹੜੇ ਸਟਾਰਟਿੰਗ 'ਚ ਹੀ ਆਯੁਰਵੇਦ ਵੱਲ ਜਾਂਦੇ ਆ, ਨਹੀਂ ਮੈਕਸਿਮਮ ਸਾਰੇ ਕਿਤੇ ਜਵਾਬ ਮਿਲਣ ਤੋਂ ਬਾਅਦ ਹੀ ਪੇਸ਼ੈਂਟ ਲਾਸਟ 'ਚ ਆਪਣੇ ਕੋਲ ਆਉਂਦਾ। ਪਰ ਇਹ ਹੈ ਵੀ ਚਾਹੇ ਲਾਸਟ 'ਚ ਆ ਜਾਵੇ ਚਾਹੇ ਸਟਾਰਟਿੰਗ 'ਚ ਰਿਜ਼ਲਟ ਬਹੁਤ ਅੱਛਾ ਮਿਲਦਾ। ਆਯੁਰਵੇਦ ਤੇ ਜਿੰਨਾ ਲੋਕ ਬਲੀਵ ਕਰਕੇ ਆਉਂਦੇ ਆ ਉਨੀ ਜਲਦੀ ਸਕਸੈਸ ਰੇਟ ਨਾਲ ਠੀਕ ਵੀ ਹੁੰਦੀ। ਐਕਚੁਅਲੀ ਆਯੁਰਵੈਦਿਕ ਮੈਡੀਸਿਨ ਹੈ ਜਿਹੜੀ, ਆਯੁਰਵੈਦਿਕ ਮੈਡੀਸਿਨ ਤੇ ਜੇ ਤੁਸੀਂ ਭਰੋਸਾ ਕਰੋਗੇ, ਇੱਕ ਤਾਂ ਮੇਨ ਸਭ ਤੋਂ ਆਪਾਂ ਕਹਿ ਦਿੰਦੇ ਆ ਦੇਸੀ ਦਵਾਈ, ਇੱਕ ਨਾਰਮਲ ਨੈਚੁਰਲ ਤਰੀਕੇ ਨਾਲ ਬਣੀ ਹੋਈ ਦਵਾਈ, ਨੈਚੁਰਲ ਪ੍ਰੋਸੈਸ ਨਾਲ ਬਣੀ ਹੋਈ ਦਵਾਈ ਆ, ਤੇ ਮੈਡੀਸਿਨ ਵੀ ਇੱਕ ਤਰ੍ਹਾਂ ਨੈਚੁਰਲ ਹੀ ਹੈ। ਤੇ ਉੱਤੋਂ ਸਾਡਾ ਮੇਨ ਨਾਮ ਵੀ ਤੁਸੀਂ ਸੁਣਿਆ ਹੋਵੇਗਾ, ਦੁੱਖ ਦੂਰ ਦਵਾਖਾਨਾ। ਸਾਡਾ ਮਕਸਦ ਹੀ ਇਹ ਹੈ ਵੀ ਜਿਹੜਾ ਆਵੇ ਉਹਦਾ ਦੁੱਖ ਦੂਰ ਹੋਵੇ, ਤਾਂ ਕਿ ਉਹ ਜੋ ਜੀ ਆਵੇ ਸੋ ਰਾਜੀ ਜਾਵੇ। ਡਾਕਟਰ ਦੀਕਸ਼ਾ, ਦੁੱਖ ਦੂਰ ਦਵਾਖਾਨਾ ਸਮਰਾਲਾ। ਇੱਥੇ ਸਾਡੇ ਕੋਲ ਬਹੁਤ ਤਰ੍ਹਾਂ ਦੀ ਲੇਡੀਜ਼ ਆਉਂਦੀਆਂ ਨੇ, ਬਹੁਤ ਤਰ੍ਹਾਂ ਦੀਆਂ ਲੇਡੀਜ਼ ਆਉਂਦੀਆਂ ਜਿਨ੍ਹਾਂ ਨੂੰ ਬਹੁਤ ਤਰ੍ਹਾਂ ਦੀ ਦਿੱਕਤ ਹੁੰਦੀ ਹੈ। ਅੱਜ ਕੱਲ੍ਹ ਜਿਵੇਂ ਕਹਿ ਲਓ ਲਕੋਰੀਆ, ਪਾਣੀ ਪੈਣਾ, ਜਾਂ ਇਨਫਰਟੀਲਿਟੀ, ਬੱਚਾ ਨਾ ਹੋਣਾ, ਡੇਟ ਦੀ ਕੋਈ ਪ੍ਰੋਬਲਮ ਹੋ ਗਈ, ਕਿਸੇ ਨੂੰ ਜ਼ਿਆਦਾ ਆਣੀ ਜਾਂ ਕਿਸੇ ਨੂੰ ਘੱਟ ਆਣੀ, ਜਾਂ ਕਿਸੇ ਨੂੰ ਦਰਦ ਦੇ ਨਾਲ ਆਣੀ, ਜਾਂ ਕਦੇ ਕੋਈ ਹਾਰਮੋਨਲ ਇੰਬੈਲੈਂਸ ਹੋ ਗਿਆ, ਕੋਈ ਥਾਇਰਾਇਡ ਦੀ ਪ੍ਰੋਬਲਮ ਹੋ ਗਈ। ਅੱਜ ਕੱਲ੍ਹ ਬਹੁਤ ਜ਼ਿਆਦਾ ਹੈ ਜਿਹੜੀ ਛਾਈਆਂ ਹੋ ਜਾਂਦੀਆਂ ਨੇ, ਛਾਈਆਂ ਹੋ ਗਈਆਂ, ਜਾਂ ਤੁਹਾਡੇ ਬਾਲ ਝੜਦੇ ਨੇ, ਜਾਂ ਤੁਸੀਂ ਕਹਿ ਲਓ ਕਿ PCOD ਹੋ ਗਿਆ, ਮਤਲਬ ਤੁਹਾਡੇ ਅੰਡੇਦਾਨੀ 'ਚ ਛੋਟੀ ਛੋਟੀਆਂ ਰਸੌਲੀਆਂ ਬਣ ਗਈਆਂ, ਤੁਹਾਡੇ ਬੱਚੇਦਾਨੀ 'ਚ ਰਸੌਲੀ ਹੋ ਗਈ, ਫਾਈਬਰੋਇਡ ਹੋ ਗਈ, ਸਿਸਟ ਹੋ ਗਈ। ਇਹਨਾਂ ਸਾਰੀ ਚੀਜ਼ਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਹਾਂ। ਦੇਖੋ ਸਾਡੇ ਕੋਲ ਇੱਥੇ ਜਿਹੜੇ ਪੇਸ਼ੈਂਟ ਆਉਂਦੇ ਨੇ, ਕਈਆਂ ਕੋਲ ਰਿਪੋਰਟਸ ਨਹੀਂ ਹੁੰਦੀਆਂ ਜਾਂ ਕਈਆਂ ਕੋਲ ਹੁੰਦੀਆਂ ਨੇ। ਜਿਨ੍ਹਾਂ ਕੋਲ ਤਾਂ ਹੁੰਦੀਆਂ ਉਹਨਾਂ ਦੀ ਅਸੀਂ ਰਿਪੋਰਟਸ ਦੇਖ ਕੇ ਅਸੀਂ ਅਕੋਰਡਿੰਗਲੀ ਮੈਡੀਸਿਨ ਦਿੰਦੇ ਹਾਂ ਉਹਨਾਂ ਨੂੰ। ਜਿਨ੍ਹਾਂ ਕੋਲ ਰਿਪੋਰਟ ਨਹੀਂ ਹੁੰਦੀ ਉਹਨਾਂ ਦੀ ਸਾਰੀ ਦਿੱਕਤ ਉਹਨਾਂ ਨੂੰ ਪੁੱਛ ਕੇ, ਉਹਨਾਂ ਦੀ ਸਮਝ ਕੇ ਉਹਨਾਂ ਨੂੰ ਅਸੀਂ ਰਿਪੋਰਟਸ ਲਿਖਦੇ ਹਾਂ ਕਿ ਤੁਸੀਂ ਇਹ ਰਿਪੋਰਟ ਕਰਵਾ ਕੇ ਆਓ, ਤਾਂ ਕਿ ਅਸੀਂ ਤੁਹਾਨੂੰ ਪ੍ਰੋਪਰ ਮੈਡੀਕੇਸ਼ਨ ਦੇਈਏ, ਤਾਂ ਕਿ ਤੁਸੀਂ ਪ੍ਰੋਪਰ ਸਹੀ ਹੋ। ਤੇ ਮੈਂ ਲੇਡੀਜ਼ ਨੂੰ ਜ਼ਰੂਰ ਕਹੂੰਗੀ ਕਿ ਤੁਸੀਂ ਕੋਈ ਵੀ ਦਿੱਕਤ ਹੈ ਨਾ, ਤੁਸੀਂ ਘਰ ਬੈਠੇ ਕੋਈ ਸੋਲਿਊਸ਼ਨ ਨਹੀਂ ਹੈਗਾ। ਅਗਰ ਕਿਸੇ ਨੂੰ ਕੋਈ ਪਾਣੀ ਪੈ ਰਿਹਾ, ਕੋਈ ਪੇਸ਼ੈਂਟ ਸੋਚਦਾ ਹੈ ਕਿ ਕੋਈ ਲੇਡੀ, ਨਾਰਮਲ ਲੇਡੀ ਲੈ ਲਓ ਕੋਈ ਵੀ, ਉਹ ਕਹਿੰਦੀ ਹੈ ਮੈਨੂੰ ਪਾਣੀ ਪੈ ਰਿਹਾ, ਕੋਈ ਗੱਲ ਨਹੀਂ, ਇਹ ਤਾਂ ਹਰ ਇੱਕ ਔਰਤ ਨੂੰ ਹੀ ਪੈਂਦਾ। ਪਰ ਉਹ ਪਾਣੀ ਕਿਉਂ ਪੈ ਰਿਹਾ, ਕਿੰਨੀ ਦੇਰ ਤੋਂ ਪੈ ਰਿਹਾ, ਉਹਦੀ ਹੋਰ ਵੀ ਕੋਈ ਦਿੱਕਤ ਹੋ ਸਕਦੀ ਹੈ। ਉਹ ਅੱਗੇ ਜਾ ਕੇ ਕੈਂਸਰ ਬਣ ਜਾਏਗਾ ਜਾਂ ਕੋਈ ਹੋਰ ਬਿਮਾਰੀ ਲੈ ਕੇ ਆ ਜਾਏਗਾ ਤੁਹਾਡੇ ਅੰਦਰ। ਇਸ ਤੋਂ ਪਹਿਲਾਂ ਕਿ ਕੋਈ ਹੋਰ ਬਿਮਾਰੀ ਉਹ ਲੈ ਕੇ ਆਵੇ ਤਾਂ ਤੁਸੀਂ ਇੱਕ ਡਾਕਟਰ ਕੋਲ ਜਾਓ, ਚੈੱਕਅਪ ਕਰਾਓ, ਮੈਡੀਸਿਨ ਲਓ, ਤਾਂ ਕਿ ਤੁਸੀਂ ਬਿਲਕੁਲ ਠੀਕ ਹੋ। ਹਾਂ ਬਿਲਕੁਲ, ਅੱਜ ਕੱਲ੍ਹ ਲੋਕ ਬਹੁਤ ਜਾਗਰੂਕ ਹੋ ਰਹੇ ਨੇ। ਐਕਚੁਅਲੀ ਨਾ ਪੇਸ਼ੈਂਟ ਦੇ ਮਾਈਂਡ ਦੇ ਵਿੱਚ ਅੱਜ ਕੱਲ੍ਹ ਕੀ ਹੁੰਦਾ ਹੈ ਕਿ ਅਸੀਂ ਕੁਇਕ ਰਿਲੀਫ ਲੈਣਾ। ਕੁਇਕ ਰਿਲੀਫ ਉਹਨਾਂ ਨੇ ਲੈ ਲਿਆ, ਇੱਕ ਕਿਸੇ ਦੇ ਸਿਰ ਦਰਦ ਹੋ ਗਿਆ, ਉਹਨਾਂ ਨੇ ਗੋਲੀ ਲੈ ਲਈ ਜੀ, ਠੀਕ ਹੋ ਗਈ। ਪਰ ਦਰਦ ਹੋਇਆ ਕਿਉਂ, ਇਹ ਤਾਂ ਕਿਸੇ ਨੇ ਸੋਚਣਾ ਨਹੀਂ। ਇੱਕ ਦਿਨ ਦਰਦ ਹੋਇਆ, 2 ਦਿਨ, ਹਫ਼ਤਾ ਗੋਲੀ ਲੈ ਲੂ, 10 ਦਿਨ ਗੋਲੀ ਲੈ ਲੂਗਾ। ਹਾਰ ਕੇ ਤਾਂ ਇੱਕ ਵਾਰ ਬੰਦਾ ਵੀ ਸੋਚੂਗਾ ਮੇਰੇ ਇੰਨੀ ਦਰਦ ਹੋ ਰਹੀ ਹੈ, ਮੈਂ ਇੰਨੀਆਂ ਗੋਲੀਆਂ ਲੈਣੀਆਂ, ਕਿਉਂ ਹੋ ਰਿਹਾ ਹੈ। ਤਾਂ ਉਹ ਸੋਚਦੇ ਨੇ ਕਿ ਕਿਉਂ ਨਾ ਅਸੀਂ ਆਯੁਰਵੇਦ ਵੱਲ ਜਾਈਏ, ਵੀ ਅਸੀਂ ਆਪਣੇ ਜੜ ਤੋਂ ਇਲਾਜ ਕਰੀਏ। ਸਾਡੇ ਕੋਲ ਬਹੁਤ ਪੇਸ਼ੈਂਟ ਇੱਦਾਂ ਦੇ ਨੇ ਜਿਹੜੇ ਆਉਂਦੇ ਨੇ, ਸਾਨੂੰ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਸਾਲ ਹੋ ਗਿਆ ਦਵਾਈ ਖਾਂਦੇ ਨੇ, ਪਰ ਸਾਨੂੰ ਕੋਈ ਫਰਕ ਨਹੀਂ, ਸਾਡੀ ਰਿਪੋਰਟਾਂ 'ਚ ਕੁਝ ਨਹੀਂ ਆਉਂਦਾ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕੀ ਕਰੀਏ। ਅਸੀਂ ਉਹਨਾਂ ਦੇ ਵੀ ਟ੍ਰੀਟਮੈਂਟ ਕਰਦੇ ਹਾਂ, ਅਸੀਂ ਉਹਨਾਂ ਤੋਂ ਸਾਰੀ ਦਿੱਕਤ ਪੁੱਛਦੇ ਹਾਂ, ਪ੍ਰੋਪਰ ਉਹਨਾਂ ਦਾ ਟ੍ਰੀਟਮੈਂਟ ਕਰਦੇ ਹਾਂ ਕਿ ਤੁਸੀਂ ਇਹ ਦਵਾਈ ਲਓ, ਤੁਸੀਂ ਬਿਲਕੁਲ ਠੀਕ ਹੋਵੋਗੇ। ਤੇ ਪੇਸ਼ੈਂਟ ਸਾਡੇ ਠੀਕ ਵੀ ਹੁੰਦੇ ਨੇ। ਅੱਛਾ, ਟਾਈਮ ਲੱਗਦਾ ਆਯੁਰਵੈਦਿਕ ਵਿੱਚ? ਕਿੰਨਾ ਕੁ ਟਾਈਮ ਲੱਗਦਾ? ਦੇਖੋ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਦਿੱਕਤ ਕਿੰਨੀ ਹੈ, ਕਿੰਨੀ ਦੇਰ ਤੋਂ ਹੈ। ਉਸ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਤੁਹਾਨੂੰ ਟਾਈਮ ਲੱਗ ਸਕਦਾ, ਮਹੀਨਾ ਵੀ ਲੱਗ ਸਕਦਾ, 2 ਮਹੀਨੇ ਵੀ ਲੱਗ ਸਕਦੇ ਨੇ, ਕੁਝ ਦਿਨ ਵੀ ਲੱਗ ਸਕਦੇ ਨੇ, ਜਿਹਦੇ 'ਚ ਤੁਸੀਂ ਠੀਕ ਹੋ ਜਾਓ। ਬੇਸਿਕਲੀ ਕੀ ਹੈ ਆਯੁਰਵੈਦਿਕ, ਕੀ ਹੈ ਉਹਨੇ ਜਿਹੜਾ ਕਾਜ਼ ਹੈ, ਤੁਹਾਡਾ ਰੂਟ ਕਾਜ਼ ਆ, ਉਹ ਖਤਮ ਕਰਨਾ ਹੈ। ਉਹ ਖਤਮ ਕਰੂਗਾ ਤਾਂ ਬਿਮਾਰੀ ਤਾਂ ਖਤਮ ਹੋ ਹੀ ਜਾਣੀ ਹੈ, ਜਦੋਂ ਤੱਕ ਕਾਜ਼ ਹੀ ਖਤਮ ਹੋ ਗਿਆ। ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਜਿਹੜੀ ਵੀ ਤੁਹਾਨੂੰ ਕੋਈ ਵੀ ਦਿੱਕਤ ਹੈ, ਤੁਸੀਂ ਪਲੀਜ਼ ਆਓ ਇੱਥੇ,
ਸਾਡੇ ਨਾਲ ਡਿਸਕਸ ਕਰੋ, ਆਪਣੇ ਰਿਪੋਰਟਸ ਭੇਜੋ। ਸਕਰੀਨ ਦੇ ਉੱਤੇ ਨੰਬਰ ਹੋਣਗੇ। ਤੁਸੀਂ ਸਾਡੀ ਵੈਬਸਾਈਟ ਵੀ ਦੇਖ ਸਕਦੇ ਹੋ www.pannuvaid.com। ਤੁਸੀਂ ਗੂਗਲ ਤੇ ਵੀ ਸਾਨੂੰ ਸਰਚ ਕਰ ਸਕਦੇ ਹੋ ਪੰਨੂਵੈਦ ਦੇ ਨਾਮ ਤੇ, ਉਹਦੇ ਤੇ ਨੰਬਰ ਹੈਗੇ, ਤੁਸੀਂ ਸਾਨੂੰ ਕਾਲ ਕਰੋ, ਜਿਹੜੀ ਤੁਹਾਡੀ ਰਿਪੋਰਟਸ ਨੇ ਸਾਨੂੰ ਭੇਜੋ। ਇੱਕ ਤਾਂ ਸਕਿਨ ਦੀ ਕੋਈ ਵੀ ਪ੍ਰੋਬਲਮ ਆ ਜੀ, ਕਿਸੇ ਦੇ ਦੱਦੀਆਂ ਨੇ, ਕਿਸੇ ਨੂੰ ਖਾਜ ਹੁੰਦੀ ਆ, ਜਿੰਨੀ ਮਰਜ਼ੀ ਪੁਰਾਣੀ ਆ, ਚਾਹੇ ਸੋਰੈਸਿਸ ਆ, ਸਾਡੇ ਕੋਲ ਸਕਿਨ ਦਾ ਹਰੇਕ ਇਲਾਜ ਆ ਜੀ। ਬਾਕੀ ਅੱਜ ਕੱਲ੍ਹ ਡਿਪਰੈਸ਼ਨ ਬਹੁਤ ਜ਼ਿਆਦਾ ਆ ਜੀ, ਨੀਂਦ ਨਹੀਂ ਆਉਂਦੀ, ਕਿਸੇ ਨੂੰ ਡਿਪਰੈਸ਼ਨ ਜ਼ਿਆਦਾ ਆ ਸਮਾਜ ਦੇ ਵਿੱਚ। ਜਿੰਨਾ ਮਰਜ਼ੀ ਡਿਪਰੈਸ਼ਨ ਆ ਜੀ, ਅਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਿਰਫ 1-2 ਮਹੀਨੇ ਦਵਾਈ ਖਾਣੀ ਡਿਪਰੈਸ਼ਨ ਦੀ ਜੀ, ਡਿਪਰੈਸ਼ਨ ਬਿਲਕੁਲ ਹੀ ਜੜੋਂ ਹੀ ਖਤਮ ਹੋ ਜਾਊਗਾ ਜੀ। ਨਾਲੇ ਪੱਕਾ ਹੀ ਇਹ ਨਹੀਂ ਹੈਗਾ ਵੀ ਟੈਂਪਰੇਰੀ ਆ ਜੀ ਉਹ, ਯਾਨੀ ਕਿ ਦਿਮਾਗ ਦਾ ਕੋਈ ਵੀ ਪ੍ਰੋਬਲਮ ਆ ਜੀ, ਜੇ ਕਿਸੇ ਨੂੰ ਕੋਈ ਨਹੀਂ ਸਮਝ ਲੱਗੇ ਤਾਂ ਸਾਡਾ ਸੰਪਰਕ ਕਰ ਸਕਦਾ ਹੈ। ਬਾਬੇ ਦੀ ਕਿਰਪਾ ਸਾਡੇ ਕੋਲ ਦਿਮਾਗ ਦਾ ਹਰੇਕ ਸਾਡੇ ਕੋਲ ਇਲਾਜ ਹੈਗਾ ਜੀ। ਉਹ ਨਹੀਂ ਬਹੁਤ ਖੁਸ਼ੀ ਮਿਲਦੀ ਹੈ, ਸਾਡੇ ਬਹੁਤ ਜ਼ਿਆਦਾ ਜਿਹੜਾ ਸਾਡਾ ਸਕਸੈਸ ਰੇਟ ਆ ਉਹ ਬਹੁਤ ਹੀ ਜ਼ਿਆਦਾ ਆ। ਉਹ ਜਦੋਂ ਮਰੀਜ਼ ਠੀਕ ਹੋ ਕੇ ਆਉਂਦਾ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਇਸ ਗੱਲ ਦੇ ਵਿੱਚ ਵੀ ਹਾਂ ਜੀ ਇਹ ਸਾਡੇ ਦਵਾਈ ਨਾਲ ਅਸੀਂ ਠੀਕ ਕੀਤਾ ਹੈ। ਯਾਨੀ ਆਪਣੇ ਆਪ ਤੇ ਮਾਣ ਵੀ ਹੁੰਦਾ ਇਸ ਗੱਲ ਤੇ, ਚਲੋ ਹੁੰਦੇ ਕਰਕੇ ਵਿੱਚ ਜੀ ਉਹ ਬਹੁਤ ਖੁਸ਼ੀ ਸਾਨੂੰ ਮਿਲਦੀ ਇਸ ਗੱਲ ਦੇ ਵਿੱਚ ਜੀ। ਐਕਚੁਅਲੀ ਬਹੁਤ ਅਲੱਗ-ਅਲੱਗ ਬਿਮਾਰੀਆਂ, ਜਿਵੇਂ ਅਲਸਰੇਟਿਵ ਕੋਲਾਈਟਿਸ ਹੋ ਗਿਆ। ਅਲਸਰੇਟਿਵ ਕੋਲਾਈਟਿਸ ਹੈ ਕਿਆ ਹੈ? ਆਪਾਂ ਜਦ ਕਿਸੇ ਨੂੰ ਬਵਾਸੀਰ ਵਰਗੀ ਦਿੱਕਤ ਹੁੰਦੀ ਹੈ ਜਾਂ ਲੈਟਰਨ ਵਾਲੇ ਰਸਤੇ 'ਚੋਂ ਬਲੱਡ ਆਉਂਦਾ, ਆਪਾਂ ਸਾਰੇ ਇੱਕੇ ਚੀਜ਼ ਤੇ ਚੱਲ ਜਾਂਦੇ ਹਾਂ ਵੀ ਹਾਂਜੀ ਇਹਨੂੰ ਬਵਾਸੀਰ ਹੋ ਗਈ ਜਾਂ ਕੁਛ ਹੋ ਗਿਆ। ਪਰ ਕਾਰਨ ਕੀ ਬਣਦਾ? ਆਪਾਂ ਨੂੰ ਮੇਨ ਉਹਦਾ ਚੈੱਕਅਪ ਕਰਾਉਣਾ ਚਾਹੀਦਾ ਵੀ ਉਹ ਬਵਾਸੀਰ ਦੇ ਕਰਕੇ ਹੀ ਬਲੱਡ ਆ ਰਿਹਾ ਜਾਂ ਕਿਤੇ ਕੋਈ ਹੋਰ ਦਿੱਕਤ ਆ। ਬੜੀ ਅੰਤੜੀ ਹੈ ਜਿਹੜੀ ਆਪਣੀ, ਬੜੀ ਅੰਤੜੀ ਦੇ ਵਿੱਚ ਜ਼ਖਮ ਹੋ ਜਾਂਦੇ ਆ, ਉਹਨੂੰ ਅਲਸਰੇਟਿਵ ਕੋਲਾਈਟਿਸ ਕਹਿੰਦੇ ਆ। ਇਹ ਬਹੁਤ ਗੰਦੀ ਬਿਮਾਰੀ ਆ, ਇਸ ਲਈ ਕਦੇ ਵੀ ਜੇ ਲੈਟਰਨ ਵਾਲੇ ਰਸਤਿਓਂ ਬਲੱਡ ਆਉਂਦਾ ਤਾਂ ਉਹਨੂੰ ਬਵਾਸੀਰ ਨਾ ਸੋਚ ਕੇ ਉਹਦਾ ਪ੍ਰੋਪਰ ਇਲਾਜ ਕਰਾਓ, ਪ੍ਰੋਪਰ ਉਹਦਾ ਡਾਇਗਨੋਸ ਕਰਾਓ। ਤੇ ਇਸੇ ਤਰ੍ਹਾਂ ਇਹਦੇ ਨਾਲ ਮਿਲਦੀ ਜੁਲਦੀ ਬਿਮਾਰੀ ਆ, ਬਹੁਤ ਲੋਕ ਕਨਫਿਊਜ਼ ਹੋ ਜਾਂਦੇ ਆ। ਸੰਗ੍ਰਹਿਣੀ ਕਹਿੰਦੇ ਆ ਆਪਾਂ ਦੇਸੀ ਭਾਸ਼ਾ ਦੇ ਵਿੱਚ, ਅੰਗਰੇਜ਼ੀ ਭਾਸ਼ਾ 'ਚ ਉਹਨੂੰ IBS ਕਿਹਾ ਜਾਂਦਾ, ਇਰੀਟੇਬਲ ਬਾਵਲ ਸਿੰਡਰੋਮ। ਤੇ ਇਹ ਦਿੱਕਤ ਕੀ ਆ? ਇਹ 'ਚ ਇਹ ਆ ਵੀ ਇਹ 'ਚ ਬਲੱਡ ਨਹੀਂ ਆਏਗਾ। ਜਿਹੜੀ ਸੰਗ੍ਰਹਿਣੀ ਆ, ਸੰਗ੍ਰਹਿਣੀ 'ਚ ਤੁਸੀਂ ਬਾਰ-ਬਾਰ ਬਾਤ ਲੈਟਰਿਨ ਭੱਜੋਗੇ, ਦਿਨ 'ਚ ਤੁਸੀਂ ਪਤਾ ਗਿਣਤੀ ਨਹੀਂ ਕਰ ਸਕਦੇ ਕਿੰਨੀ ਵਾਰ ਦਸਤ ਲਈ ਜਾਓਗੇ। ਇਸ ਲਈ IBS ਤੇ ਅਲਸਰੇਟਿਵ ਕੋਲਾਈਟਿਸ ਦੋਹੇ ਚੀਜ਼ਾਂ ਦਾ ਇਲਾਜ ਸੰਭਵ ਆ। ਉਹਨਾਂ ਦੋਹਾਂ ਦੇ ਲਈ ਵੀ ਤੁਸੀਂ ਡਿਸਕਸ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਪਹਿਲਾਂ ਤੁਹਾਨੂੰ ਦੱਸਿਆ ਸਕਿਨ ਸੋਰਾਇਸਿਸ ਹੋ ਗਿਆ, ਜਾਂ ਫੇਫੜੇ ਆ, ਫੇਫੜਿਆਂ ਨਾਲ ਸੰਬੰਧਿਤ ਕੋਈ ਵੀ ਦਿੱਕਤ ਆ, ਜਿਵੇਂ ਕੋਈ ਪੰਪ ਲੈ ਰਿਹਾ, ਪੰਪ ਛੁਡਾਉਣਾ ਆ, ਜਾਂ ਕਿਸੇ ਨੂੰ ਅਸਥਮਾ ਆ, ਕਿਸੇ ਨੂੰ ਦਮੇ ਦੀ ਕੋਈ ਸ਼ਿਕਾਇਤ ਆ, ਉਹ ਚੀਜ਼ ਦਾ ਵੀ ਇਲਾਜ ਹੋ ਸਕਦਾ ਆ। ਇਸੇ ਤਰ੍ਹਾਂ ਨਸਾਂ ਨਾਲ ਸੰਬੰਧਿਤ ਬਿਮਾਰੀਆਂ ਨੇ, ਜਿਵੇਂ ਟ੍ਰਾਈਜੈਮੀਨਲ ਨੋਰੈਲਜੀਆ ਹੋ ਗਿਆ, ਜਾਂ ਡਿਸਕ ਦੀ ਦਿੱਕਤ ਹੋ ਗਈ, ਸਰਵਾਈਕਲ ਦੀ ਦਿੱਕਤ ਹੋ ਗਈ, ਜਾਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ, ਮਸਕੂਲਰ ਡਿਸਟ੍ਰੋਫੀ ਹੋ ਗਈ। ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਹੈ ਜਿਨ੍ਹਾਂ ਦਾ ਬਾਹਰ ਕਿਤੇ ਕੋਈ ਇਲਾਜ ਨਹੀਂ, ਜਾਂ ਤੁਸੀਂ ਸਾਲਾਂ ਬੱਧੀ ਉਹਨਾਂ ਦੀਆਂ ਦਵਾਈਆਂ ਖਾਂਦੇ ਆ ਰਹੇ ਹੋ, ਉਹਨਾਂ ਦਾ ਇਲਾਜ ਸੰਭਵ ਹੈ। ਇਸੇ ਤਰ੍ਹਾਂ ਘਰਾਂ 'ਚ ਆਪਾਂ ਨੋਰਮਲ ਸ਼ਬਦ ਸੁਣਦੇ ਹਾਂ, ਸਿਰ ਦਰਦ ਹੁੰਦਾ ਰਹਿੰਦਾ ਜੀ, ਇਹਨੂੰ ਤਾਂ ਮਾਈਗ੍ਰੇਨ ਦੀ ਦਿੱਕਤ ਆ, ਬਹੁਤ ਸਾਲਾਂ ਤੋਂ ਮਾਈਗ੍ਰੇਨ ਚੱਲਿਆ ਆ ਰਿਹਾ, ਉਹਦਾ ਵੀ ਇਲਾਜ ਕੁਛ ਹੀ ਸਮੇਂ ਦੇ ਵਿੱਚ, ਮਹੀਨਾ 1.5 ਮਹੀਨੇ ਦੀ ਦਵਾਈ 'ਚ ਉਹ ਮਾਈਗ੍ਰੇਨ ਦੀ ਦਿੱਕਤ ਵੀ ਜੜ ਤੋਂ ਖਤਮ ਹੋ ਜਾਂਦੀ। ਐਕਚੁਅਲੀ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ, ਜਿਵੇਂ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਆ, ਇਹ ਮੱਛਰਾਂ ਦਾ ਸੀਜ਼ਨ ਆ, ਇਹ 'ਚ ਸੈੱਲ ਬਹੁਤ ਘਟਦੇ ਆ ਲੋਕਾਂ ਦੇ, ਕਈ ਪਲੇਟਲੈਟ ਡਾਊਨ ਚੱਲਣ ਲੱਗ ਜਾਂਦੇ ਆ, ਲੋਕ ਬੜੇ ਭੱਜੇ ਫਿਰਦੇ ਆ। ਤਾਂ ਉਹ ਸੈੱਲਾਂ ਦੇ ਲਈ ਵੀ ਅਸੀਂ ਦਵਾਈ ਬਹੁਤ ਥੋੜ੍ਹਾ ਟਾਈਮ ਦਿੰਦੇ ਹਾਂ। ਜਿੱਦਣ ਤੁਸੀਂ ਪਹਿਲੇ ਦਿਨ ਤੋਂ ਹੀ ਦਵਾਈ ਖਾਓਗੇ, ਪਹਿਲੇ ਦਿਨ ਤੋਂ ਰਿਜ਼ਲਟ ਦਿਖੇਗਾ, ਉਹਦੇ ਨਾਲ ਤੁਹਾਡੇ ਜਿਹੜੇ ਪਲੇਟਲੈਟ ਡਾਊਨ ਹੁੰਦੇ ਆ, ਪਲੇਟਲੈਟ ਡਾਊਨ ਨਹੀਂ ਜਾਣਗੇ, ਪੂਰੇ ਹੋ ਜਾਣਗੇ। ਇਸੇ ਤਰ੍ਹਾਂ ਅਲੱਗ-ਅਲੱਗ ਬਿਮਾਰੀਆਂ, ਜਿਵੇਂ ਪਹਿਲਾਂ ਮੈਂ ਅਲਸਰੇਟਿਵ ਕੋਲਾਈਟਿਸ ਦੇ ਬਾਰੇ 'ਚ ਬੋਲਿਆ, ਤਾਂ ਉਹ ਅੰਤੜੀ ਦੇ ਵਿੱਚ ਜ਼ਖਮ ਆ ਜਾਂਦਾ। ਇਸੇ ਤਰ੍ਹਾਂ ਫੂਡ ਪਾਈਪ ਦੇ ਵਿੱਚ ਅਲਸਰ ਹੋ ਜਾਂਦੇ ਆ, ਇਹਨੂੰ ਈਸੋਫੇਜੀਅਲ ਬੇਰਿਸਿਸ ਕਹਿੰਦੇ ਆ, ਜਾਂ ਆਪਾਂ ਕਈ ਵਾਰ ਦੇਖਿਆ ਹੋਊਗਾ ਲੋਕ ਕਹਿੰਦੇ ਆ ਖੂਨ ਦੀ ਉਲਟੀ ਆ ਰਹੀ ਹੈ ਬੰਦੇ ਨੂੰ, ਜਿਹੜਾ ਜ਼ਿਆਦਾਤਰ ਇਹ ਸ਼ਰਾਬੀ ਬੰਦਿਆਂ 'ਚ ਵੀ ਦੇਖਿਆ ਜਾਂਦਾ ਇਸ ਚੀਜ਼ ਨੂੰ। ਤਾਂ ਉਹ 'ਚ ਕੀ ਆ, ਫੂਡ ਪਾਈਪ ਦੇ ਵਿੱਚ, ਈਸੋਫੇਗਸ ਦੇ ਵਿੱਚ ਜ਼ਖਮ ਹੋ ਜਾਂਦੇ ਆ। ਤਾਂ ਐਲੋਪੈਥੀ ਦੇ ਵਿੱਚ ਤੁਸੀਂ ਦੇਖਿਆ ਹੋਣਾ, ਕਹਿੰਦੇ ਆ ਜੀ ਇਹਦੇ ਛੱਲੇ ਪਾਣੇ ਪੈਣੇ ਆ, ਤਾਂ ਉਹਦਾ ਇਲਾਜ ਵੀ ਆਪਣਾ ਆਯੁਰਵੈਦਿਕ ਦਵਾਈ ਦੇ ਨਾਲ ਬਿਨਾਂ ਛੱਲਿਆਂ ਤੋਂ ਸੰਭਵ ਆ। ਇਸੇ ਤਰ੍ਹਾਂ ਦਿਮਾਗ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਪਹਿਲਾਂ ਵੀ ਆਪਾਂ ਡਿਸਕਸ ਕੀਤੀਆਂ, ਸਿਜ਼ੋਫਰੇਨੀਆ ਹੋ ਗਿਆ, ਡਿਪਰੈਸ਼ਨ ਕਿਸੇ ਵੀ ਤਰ੍ਹਾਂ ਦਾ ਹੋ ਗਿਆ, ਤੇ ਕਈ ਵੀਰਾਂ ਨੂੰ ਸ਼ੂਗਰ ਹੁੰਦੀ ਆ, ਉਹਦੇ ਕਰਕੇ ਉਹਨਾਂ ਦੇ ਹੱਥ ਪੈਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ, ਗੈਂਗਰੀਨ ਬਣ ਜਾਂਦਾ, ਤਾਂ ਉਹ 'ਚ ਹੱਥ ਪੈਰ ਕਟਾਣੇ ਪੈਂਦੇ ਆ। ਤਾਂ ਉਹ 'ਚ ਕਟਾਉਣ ਦੀ ਕੋਈ ਲੋੜ ਨਹੀਂ ਹੈਗੀ, ਸਾਡੀ ਦਵਾਈ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਉਹ ਜਿਹੜਾ ਪੈਰ ਦਾ ਜ਼ਖਮ ਆ ਜਾਂ ਹੱਥ ਦਾ ਜ਼ਖਮ ਆ ਦੁਬਾਰਾ ਠੀਕ ਹੋ ਜਾਏਗਾ, ਨੋਰਮਲ ਹੋ ਜਾਏਗਾ, ਕੋਈ ਉਸ ਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਇਸੇ ਤਰ੍ਹਾਂ ਅੱਜ ਕੱਲ੍ਹ ਬਹੁਤ ਕਾਮਨ ਬੱਚਿਆਂ ਦੇ ਵਿੱਚ ਚੱਲਦੀ ਆ, ਅਲੱਗ-ਅਲੱਗ ਚੀਜ਼ਾਂ ਤੋਂ ਅਲਰਜੀ, ਕਿਸੇ ਨੂੰ ਵੀਟ ਤੋਂ ਅਲਰਜੀ ਆ, ਕਿਸੇ ਨੂੰ ਨਟਸ ਤੋਂ ਅਲਰਜੀ ਆ, ਕਿਸੇ ਨੂੰ ਮਿਲਕ ਤੋਂ ਅਲਰਜੀ ਆ, ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਲਰਜੀ ਆ, ਤਾਂ ਉਹਦੀ ਸਾਡੀ ਮੈਡੀਸਿਨ ਲੈਣੀ ਆ। ਮੈਡੀਸਿਨ ਖਾਂਦੇ ਤੁਸੀਂ ਉਹ ਚੀਜ਼ ਸ਼ੁਰੂ ਕਰ ਜਾਓਗੇ, ਤੁਹਾਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗੇਗਾ ਵੀ ਇਹ ਚੀਜ਼ ਦੀ ਮੈਨੂੰ ਅਲਰਜੀ ਸੀ, ਇਹ ਠੀਕ ਵੀ ਹੋਊਗੀ।
ਚਾਹੇ ਕਣਕ ਆ, ਚਾਹੇ ਨਟਸ ਦੀ ਆ, ਚਾਹੇ ਵੀਟ ਦੀ ਆ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਲਰਜੀ ਆ ਖਾਣੇ ਪੀਣੇ ਵਾਲੀ ਚੀਜ਼ ਤੋਂ, ਉਹ ਵੀ ਬਿਲਕੁਲ ਜੜ ਤੋਂ ਠੀਕ ਹੋਏਗੀ। ਤੇ ਵੱਡੀ ਉਮਰ ਦੇ ਵਿੱਚ ਜਾ ਕੇ ਦਿੱਕਤ ਆਉਂਦੀ ਹੈ ਗਦੂਦਾਂ ਦੀ, ਤਾਂ ਗਦੂਦਾਂ ਦੀ ਮੈਡੀਸਿਨ ਆ, ਗਦੂਦਾਂ ਦਾ ਵੀ ਆਪਰੇਸ਼ਨ ਨਹੀਂ ਕਰਾਉਣਾ ਪੈਂਦਾ, ਉਹ ਵੀ ਦਵਾਈ ਨਾਲ 3-4 ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ। ਬੇਸਿਕਲੀ ਸਾਡੀਆਂ ਇੰਟਰਵਿਊ ਬਹੁਤ ਜ਼ਿਆਦਾ ਚੱਲਦੀਆਂ ਨੇ ਜੀ। ਬੇਸਿਕਲੀ ਜੇ ਤੁਸੀਂ ਗੂਗਲ ਤੇ ਜਾ ਕੇ ਪੰਨੂ ਵੈਦ ਭਰੋਗੇ ਜੀ ਤਾਂ ਸਾਡਾ ਇਕੱਲਿਆਂ ਦੇ ਨਾਮ ਨਿਕਲਦਾ ਪੰਨੂ ਵੈਦ ਜੀ ਉੱਥੇ ਜੀ। ਸਾਡਾ ਸਾਰਾ ਕੁਝ ਉਹਦੇ ਪੰਨੂ ਉੱਥੇ ਪਿਆ, ਸੋਸ਼ਲ ਆਪਣੇ ਪਿਆ ਜੀ ਗੂਗਲ ਦੇ ਉੱਪਰ ਸਾਡਾ ਜੀ ਉਹ, ਤਾਂ ਕਿ ਲੋਕਾਂ ਨੂੰ ਬਹੁਤ ਸੌਖਾ ਸਾਡਾ ਐਡਰੈਸ ਮਿਲ ਜਾਂਦਾ ਉੱਥੋਂ ਜੀ ਉਹ।